ਸਭ ਤੋਂ ਪਹਿਲਾਂ ਦੱਸਾਂਗੇ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕਿਹੜੀ ਥਾਂ ਤੋਂ ਅੱਜ ਹਾਈਵੇ 1 ਨੂੰ ਮੁੜ ਖੋਲ੍ਹ ਦਿੱਤਾ ਗਿਆ। ਅੱਗੇ ਜਾਣਕਾਰੀ ਦੇਵਾਂਗੇ ਕੈਨੇਡਾ ਸਰਕਾਰ ਵੱਲੋਂ ਅੱਗੇ ਮਦਦ ਦੇ ਲਈ ਹੋਰ ਕਿਹੜੇ ਪ੍ਰੋਗਰਾਮ ਲਿਆਂਦੇ ਜਾ ਸਕਦੇ ਨੇ ਤੇ ਬਿੱਲ ਪੇਸ਼ ਕੀਤਾ ਗਿਆ। ਕੈਲਗਰੀ ਵਿੱਚ ਘਰਾਂ ਦੇ ਉੱਤੇ ਟੈਕਸ ਵਿੱਚ ਹੋਣ ਜਾ ਰਿਹਾ ਹੈ ਵਾਧਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਕੰਮ ਦੀ ਲੰਬੀ ਪ੍ਰਕਿਰਿਆ ਦੇ ਲਈ ਕਾਰਨ ਦੱਸਿਆ ਗਿਆ। ਸਰੀ ਵਿੱਚ ਗੋਲੀ ਚੱਲਣ ਦਾ ਮਾਮਲਾ, ਪੁਲਿਸ ਨੂੰ ਸ਼ੱਕੀਆਂ ਦੀ ਭਾਲ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ਵਿੱਚ ਹੜ੍ਹ ਕਰਕੇ ਹਾਲਾਤ ਬਣੇ ਹੋਏ ਨੇ ਉਸ ਦੇ ਵਿੱਚ ਕੁਝ ਸੁਧਾਰ ਹੁੰਦਾ ਹੋਇਆ ਤਾਂ ਦਿਖਾਈ ਦੇ ਰਿਹਾ ਹੈ ਤੇ ਨਾਲ ਹੀ ਮੀਂਹ ਵੀ ਪੈ ਰਿਹਾ ਹੈ। ਤੂਫਾਨ ਦੀ ਅੱਗੇ ਚੇਤਾਵਨੀ ਵੀ ਹੈ, ਜਿਸ ਕਰਕੇ ਪਹਿਲਾਂ ਤੋਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਨੂੰ ਲੈ ਕੇ ਜੋ ਅੱਜ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਹਾਈਵੇ 1 ਨੂੰ ਦੁਪਹਿਰ ਦੇ 2 ਵਜੇ ਤੋਂ ਬਾਅਦ ਖੋਲ੍ਹ ਦਿੱਤਾ ਗਿਆ, ਜੋ ਕਿ ਚਿਲਾਵੈਕ ਤੋਂ ਐਬਸਫੋਰਡ ਦੇ ਦਰਮਿਆਨ ਹਾਈਵੇ 1 ਬੰਦ ਸੀ। ਉਸ ਰਾਹ ਨੂੰ ਫਿਲਹਾਲ ਖੋਲ੍ਹ ਦਿੱਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਪਰ ਨਾਲ ਹੀ ਜੋ ਨਾਲ ਵਾਲੀਆਂ ਸੜਕਾਂ ਨੇ ਹਾਈਵੇ ਦੇ ਉਹਨਾਂ ਨੂੰ ਨਹੀਂ ਖੋਲ੍ਹਿਆ ਗਿਆ ਹਜੇ, ਕਿਉਂਕਿ ਉੱਥੇ ਪਾਣੀ ਹਜੇ ਵੀ ਮੌਜੂਦ ਹੈ, ਜਿਸ ਕਰਕੇ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਡਰਾਈਵਰਸ ਨੂੰ ਇਹ ਕਿਹਾ ਗਿਆ ਹੈ ਕਿ ਰਫ਼ਤਾਰ ਦੀ ਸੀਮਾ ਪਹਿਲਾਂ ਨਾਲੋਂ ਘੱਟ ਕੀਤੀ ਗਈ ਹੈ। ਜੋ ਵੀ ਸੜਕਾਂ ਦੇ ਉੱਤੇ ਨਿਯਮਾਂ ਨੂੰ ਲੈ ਕੇ ਬੋਰਡ ਲੱਗੇ ਹੋਣ ਉਹਨਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਵੇ ਜੇਕਰ ਕੋਈ ਤਬਦੀਲੀ ਹੋਈ ਹੋਵੇ, ਜੇਕਰ ਕਿਸੇ ਦੇ ਵੱਲੋਂ ਵੀ ਹਾਈਵੇ ਦੇ ਉੱਤੇ ਟਰੈਵਲ ਕੀਤਾ ਜਾਂਦਾ ਹੈ। ਇਸ ਨਾਲ ਹੀ ਅੱਗੇ ਜਾਣਕਾਰੀ ਦੇਵਾਂਗੇ ਜੋ ਲਿਬਰਲ ਸਰਕਾਰ ਦੇ ਵੱਲੋਂ ਨਵਾਂ ਬਿੱਲ ਪੇਸ਼ ਕੀਤਾ ਗਿਆ ਉਸ ਦੇ ਬਾਰੇ। ਲਿਬਰਲ ਸਰਕਾਰ ਦੇ ਵੱਲੋਂ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਜੇਕਰ ਉਹ ਪਾਸ ਹੋ ਜਾਂਦਾ ਹੈ ਤਾਂ ਸਾਲ 2022 ਤੱਕ ਦੇ ਲਈ ਵਪਾਰਾਂ ਦੇ ਵਾਸਤੇ ਵਿੱਤੀ ਪੱਧਰ ਦੇ ਉੱਤੇ ਮਦਦ ਦੇਣ ਦੇ ਲਈ ਕੁਝ ਕਦਮ ਚੁੱਕੇ ਜਾਣਗੇ, ਜੋ ਉਸ ਬਿੱਲ ਦੇ ਵਿੱਚ ਜਾਣਕਾਰੀ ਸ਼ਾਮਲ ਹੈ। ਬੁੱਧਵਾਰ ਦੀ ਦੁਪਹਿਰ ਨੂੰ ਇਹ ਬਿੱਲ ਪੇਸ਼ ਕੀਤਾ ਗਿਆ, ਬਿੱਲ C2। ਜੇਕਰ ਇਹ ਪਾਸ ਹੁੰਦਾ ਹੈ ਤਾਂ ਇਸ ਦੇ ਵਿੱਚ ਟੀਚਾ ਰੱਖਿਆ ਗਿਆ ਹੈ ਕਿ ਕੁਝ ਨਵੇਂ ਪ੍ਰੋਗਰਾਮ ਹੋਣਗੇ ਤੇ ਕੁਝ ਜਿਹੜੇ ਪਹਿਲਾਂ ਪ੍ਰੋਗਰਾਮ ਚੱਲ ਰਹੇ ਸੀ ਮਦਦ ਦੇਣ ਦੇ ਲਈ ਉਹਨਾਂ ਦੇ ਵਿੱਚ ਹੀ ਤਬਦੀਲੀ ਹੋਵੇਗੀ, ਜਿਸ ਤੋਂ ਬਾਅਦ ਜੋ ਮਦਦ ਹੈ ਵਪਾਰਾਂ ਦੇ ਲਈ ਉਹ ਦਿੱਤੀ ਜਾਵੇਗੀ। ਇਸ ਦੇ ਬਾਰੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਨਾਲ ਹੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਇਸ ਸਮੇਂ ਕਾਫੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵਾਸੀ ਕੋਵਿਡ-19 ਦੇ ਟੀਕੇ ਲਗਵਾ ਰਹੇ ਨੇ ਤੇ ਇਸ ਦੇ ਨਾਲ ਹੀ 10 ਲੱਖ ਦੇ ਕਰੀਬ ਨੌਕਰੀਆਂ ਵੀ ਵਾਪਸ ਆਈਆਂ ਨੇ ਤੇ ਬੱਚੇ ਜੋ ਵਾਪਸ ਸਕੂਲਾਂ ਦੇ ਵਿੱਚ ਜਾਣ ਲੱਗੇ ਨੇ, ਵਪਾਰ ਦੇਸ਼ ਭਰ ਦੇ ਵਿੱਚ ਦੁਬਾਰਾ ਤੋਂ ਖੁੱਲ੍ਹ ਰਹੇ ਨੇ ਤੇ ਇਹ ਸਮਾਂ ਆ ਗਿਆ ਹੈ ਕਿ ਨਵੇਂ ਬਦਲਾਅ ਨੂੰ ਅਪਣਾਇਆ ਜਾਵੇ ਤੇ ਨਾਲ ਹੀ ਹਾਲਾਤ ਨੂੰ ਹੋਰ ਜ਼ਿਆਦਾ ਵਧੀਆ ਬਣਾਇਆ ਜਾਵੇ। ਇਹ ਮਦਦ ਉਹਨਾਂ ਵਪਾਰਾਂ ਦੇ ਲਈ ਐਲਾਨੀ ਗਈ ਜਿਹੜੇ ਕਿ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਉਸ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ, ਖਾਸ ਤੌਰ ਦੇ ਉੱਤੇ ਸੈਲਾਨੀਆਂ ਨਾਲ ਸੰਬੰਧਿਤ ਖੇਤਰ ਦੇ ਵਿੱਚ ਜਿਹੜੇ ਵਿਭਾਗ ਨੇ ਜਿਨ੍ਹਾਂ ਦੇ ਵਾਸਤੇ ਹਾਰਡੈਸਟ ਹਿੱਟ ਬਿਜ਼ਨਸ ਰਿਕਵਰੀ ਪ੍ਰੋਗਰਾਮ, ਜਿਸ ਦੇ ਰਾਹੀਂ ਮਦਦ ਦਿੱਤੇ ਜਾਣ ਦੀ ਗੱਲ ਕੀਤੀ ਗਈ, ਜਿਸ ਦੇ ਵਿੱਚ ਜਿਹੜੇ ਕਾਮੇ ਨੇ ਉਹਨਾਂ ਦੀਆਂ ਤਨਖਾਹਾਂ 'ਚ ਮਦਦ ਤੇ ਨਾਲ ਹੀ ਕਿਰਾਏ ਦੇ ਲਈ ਸਬਸਿਡੀ ਦੇਣ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਅੱਗੇ ਹੋਰ ਪ੍ਰੋਗਰਾਮਸ ਦਾ ਜ਼ਿਕਰ ਕੀਤਾ ਜਾ ਸਕਦਾ ਜੇਕਰ ਨਵਾਂ ਬਿੱਲ ਪਾਸ ਹੋ ਜਾਂਦਾ ਹੈ, ਜਿਸ ਨੂੰ ਕਿ ਪੇਸ਼ ਕੀਤਾ ਗਿਆ ਹੈ, ਜਿਸ ਦੇ ਬਾਰੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਅੱਗੇ ਜਾਣਕਾਰੀ ਹੈ ਕਿ ਸੈਂਟਰਲ ਐਲਬਰਟਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਟਰੱਕਾਂ ਦੀ ਟੱਕਰ ਹੋਈ ਤੇ ਇੱਕ ਟਰੱਕ ਡਰਾਈਵਰ ਨੇ ਦਮ ਵੀ ਤੋੜ ਦਿੱਤਾ। ਸੈਂਟਰਲ ਐਲਬਰਟਾ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹਾਈਵੇ 2 ਦੇ ਉੱਤੇ, ਜਿੱਥੇ ਕਈ ਵਾਹਨ ਆਪਸ ਦੇ ਵਿੱਚ ਟਕਰਾ ਗਏ, ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ। ਵੀਰਵਾਰ ਦੀ ਸਵੇਰ ਨਵੰਬਰ 25, 2021 ਨੂੰ ਸਵੇਰੇ 6:15 ਦਾ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਿਆ, ਜਦੋਂ ਇੱਕ ਟਰੱਕ ਹਾਈਵੇ ਦੇ ਉੱਤੇ ਘੁੰਮ ਗਿਆ ਤੇ ਉਸ ਦੇ ਨਾਲ ਹੋਰ ਟਰੱਕ ਤੇ ਵਾਹਨਾਂ ਦੀ ਟੱਕਰ ਹੋ ਗਈ। ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਟਰੱਕ ਦੇ ਡਰਾਈਵਰ ਦੀ ਮੌਤ ਹੋ ਚੁੱਕੀ ਹੈ ਤੇ ਜ਼ਖਮੀਆਂ ਦੇ ਬਾਰੇ ਹਜੇ ਜਾਣਕਾਰੀ ਨਹੀਂ ਦਿੱਤੀ ਗਈ। ਹਾਦਸੇ ਪਿੱਛੇ ਕਾਰਨ ਕੀ ਰਿਹਾ ਹੈ ਇਹ ਤਾਂ ਹਜੇ ਨਹੀਂ ਦੱਸਿਆ ਗਿਆ, ਪਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਡਰਾਈਵਰ ਨੇ ਮੌਕੇ ਦੇ ਉੱਤੇ ਦਮ ਤੋੜ ਦਿੱਤਾ। ਹਜੇ ਇਹ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੰਨੇ ਵਾਹਨ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ, ਜਿਸ ਦੇ ਪਿੱਛੇ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਵੀਰਵਾਰ ਦੀ ਸਵੇਰ ਨੂੰ ਮੀਂਹ ਪੈ ਰਿਹਾ ਸੀ ਤੇ ਨਾਲ ਹੀ ਬਰਫ਼ ਵੀ ਪੈ ਰਹੀ ਸੀ ਤੇ ਇਸੇ ਮੌਕੇ ਮੌਸਮ ਦੀ ਖਰਾਬੀ ਦੇ ਕਰਕੇ ਹੀ ਹੋ ਸਕਦਾ ਹੈ ਕਿ ਟਰੱਕ ਘੁੰਮ ਗਿਆ ਤੇ ਉਸ ਦੇ ਨਾਲ ਹੋਰ ਵਾਹਨ ਵੀ ਟਕਰਾ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਉੱਤੇ ਹੋਰ ਜ਼ਿਆਦਾ ਜਾਣਕਾਰੀ ਉਹ ਕੁਝ ਦੇਰ ਬਾਅਦ ਸਾਂਝੀ ਕਰਨਗੇ। ਅੱਗੇ ਜਾਣਕਾਰੀ ਸਰੀ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਵਿਅਕਤੀ ਦੇ ਗੋਲੀ ਮਾਰੀ ਗਈ।
ਤੇ ਨਾਲ ਹੀ ਪੁਲਿਸ ਨੂੰ ਸ਼ੱਕੀਆਂ ਦੀ ਭਾਲ ਹੈ। ਦੱਸਦੇ ਹਾਂ ਕਿ ਕੀ ਇਹ ਪੂਰਾ ਮਾਮਲਾ। ਸਰੀ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਦੀ ਦੁਪਹਿਰ ਨੂੰ ਇੱਕ ਘਰ ਦੇ ਡਰਾਈਵੇ ਦੇ ਉੱਤੇ ਇੱਕ ਵਿਅਕਤੀ ਦੇ ਗੋਲੀ ਮਾਰੀ ਗਈ। ਉਸ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। 160 ਸਟਰੀਟ ਤੇ 28 ਐਵੇਨਿਊ ਦੇ ਉੱਤੇ ਸਰੀ ਵਿੱਚ ਇਹ ਵਾਪਰਿਆ। ਪੁਲਿਸ ਮੁਤਾਬਕ ਦੁਪਹਿਰ ਦੇ 12 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਇਹ ਵਾਪਰਿਆ, ਜਿਸ ਦੇ ਵਿੱਚ ਪੁਲਿਸ ਨੂੰ ਸ਼ੱਕੀਆਂ ਦੀ ਭਾਲ ਹੈ, ਜੋ ਕਿ ਐਸਯੂਵੀ ਗੱਡੀ ਵਿੱਚ ਮੌਕੇ ਤੋਂ ਫਰਾਰ ਹੋਏ ਨੇ ਤੇ ਉਸ ਗੱਡੀ ਦੀ ਲਾਇਸੈਂਸ ਪਲੇਟ ਵਾਸ਼ਿੰਗਟਨ ਦੀ ਹੈ। ਇਹ ਵੀ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਦੇ ਨਾਲ ਗੋਲੀ ਚੱਲਣ ਦੇ ਇਸ ਮਾਮਲੇ ਦਾ ਸੰਬੰਧ ਨਹੀਂ ਜਾਪਦਾ, ਪਰ ਜਾਂਚ ਹਜੇ ਸ਼ੁਰੂਆਤੀ ਦੌਰ ਦੇ ਵਿੱਚ ਹੈ ਤੇ ਨਾਲ ਹੀ ਗੋਲੀ ਮਾਰਨ ਦਾ ਕਾਰਨ ਹਜੇ ਨਹੀਂ ਪਤਾ ਲੱਗ ਰਿਹਾ, ਜਿਸ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀਆਂ ਦੀ ਭਾਲ ਹਜੇ ਵੀ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਡੈਸ਼ ਕੈਮ ਵੀਡੀਓ ਹੋਵੇ ਉਸ ਖੇਤਰ ਦੀ, ਤਾਂ 604 5990 502 ਤੇ ਸੰਪਰਕ ਕਰਕੇ ਦੱਸਿਆ ਜਾ ਸਕਦਾ ਹੈ। ਅੱਗੇ ਜਾਣਕਾਰੀ ਕੈਲਗਰੀ ਨਿਵਾਸੀਆਂ ਦੇ ਵਾਸਤੇ ਹੈ, ਜਿੱਥੇ ਕਿ ਘਰਾਂ ਦੇ ਉੱਤੇ ਟੈਕਸ ਵਧਣ ਜਾ ਰਿਹਾ ਹੈ। ਕੈਲਗਰੀ ਵਿੱਚ ਪ੍ਰਾਪਰਟੀ ਟੈਕਸ ਵਧਣ ਜਾ ਰਹੇ ਨੇ, ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਿਟੀ ਦੇ ਵੱਲੋਂ, ਜਿਨ੍ਹਾਂ ਨੇ ਕਿਹਾ ਹੈ ਕਿ ਸਾਲ 2022 ਦੇ ਵਾਸਤੇ ਘਰਾਂ ਦੇ ਮਾਲਕਾਂ ਨੂੰ ਹੋਰ ਜ਼ਿਆਦਾ ਪ੍ਰਾਪਰਟੀ ਟੈਕਸ ਦੇਣਾ ਪੈ ਸਕਦਾ ਹੈ, ਜਿਸ ਦੇ ਵਿੱਚ 3.87% ਤੱਕ ਦਾ ਵਾਧਾ ਕਰ ਦਿੱਤਾ ਗਿਆ, ਜਿਸ ਦੇ ਬਾਰੇ ਬੁੱਧਵਾਰ ਦੀ ਸ਼ਾਮ ਨੂੰ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਕਿਹਾ ਗਿਆ ਕਿ $6.20 ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਟੈਕਸ ਦੇ ਵਿੱਚ ਵਾਧਾ ਹੋ ਸਕਦਾ ਹੈ, ਜੋ ਕਿ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ ਉਸ ਦੇ ਉੱਤੇ ਇਹ ਟੈਕਸ ਹੋਵੇਗਾ। ਯਾਨੀ ਕਿ ਘਰਾਂ ਦੇ ਉੱਤੇ ਟੈਕਸ ਹੈ ਜੋ ਉਹ ਸਾਲ 2022 ਵਿੱਚ ਕੈਲਗਰੀ ਦੇ ਵਿੱਚ ਵਧਣ ਜਾ ਰਿਹਾ ਹੈ। ਔਸਤਨ ਕੈਲਗਰੀ ਦੇ ਵਿੱਚ ਜੇਕਰ ਘਰ ਦੀ ਕੀਮਤ $4,57,900 ਹੈ ਤਾਂ ਉਸ ਦੇ ਉੱਤੇ $65 ਤੋਂ ਲੈ ਕੇ $88 ਤੱਕ ਦਾ ਪ੍ਰਤੀ ਸਾਲ ਦੇ ਮੁਤਾਬਕ ਟੈਕਸ ਦੇ ਵਿੱਚ ਵਾਧਾ ਹੋਵੇਗਾ, ਜਿਸ ਦੇ ਬਾਰੇ ਇਹ ਜਾਣਕਾਰੀ ਦੱਸੀ ਗਈ ਹੈ। ਦਰਅਸਲ ਸਿਟੀ ਆਫ ਕੈਲਗਰੀ ਦੇ ਵੱਲੋਂ ਆਪਣੇ ਬਜਟ ਦੇ ਵਿੱਚ ਕੁਝ ਸੋਧ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਟੈਕਸ ਦੇ ਵਿੱਚ ਵੀ ਵਾਧਾ ਹੋਵੇਗਾ, ਕਿਉਂਕਿ ਕੈਲਗਰੀ ਦੇ ਵਿੱਚ $3 ਮਿਲੀਅਨ ਦਾ ਬਜਟ ਵਾਤਾਵਰਣ ਦੇ ਵਾਸਤੇ ਰੱਖਿਆ ਗਿਆ ਹੈ, ਜੋ ਵਾਤਾਵਰਣ ਦੇ ਲਈ ਪਲਾਨ ਸਿਟੀ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਸ ਦੇ ਉੱਤੇ ਉਹ ਖਰਚਿਆ ਜਾਵੇਗਾ, ਜਿਸ ਦੇ ਵਿੱਚ ਨਵਾਂ ਸਟਾਫ ਵੀ ਹਾਇਰ ਕੀਤਾ ਜਾਵੇਗਾ ਤੇ ਨਾਲ ਹੀ ਹੋਰ ਜ਼ਿਆਦਾ ਪੈਸੇ ਲਗਾਏ ਜਾਣਗੇ ਤਾਂ ਕਿ ਸ਼ਹਿਰ ਦੇ ਵਿੱਚ 75 ਅਜਿਹੇ ਵਾਹਨ ਲਿਆਂਦੇ ਜਾ ਸਕਣ ਜੋ ਕਿ ਬਿਜਲੀ ਦੇ ਉੱਤੇ ਚੱਲਦੇ ਨੇ। ਇਸ ਨਾਲ ਹੀ ਹੁਣ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੋ ਇਸ ਸਮੇਂ CEC ਕਲਾਸ ਦੇ ਨਾਲ ਹੀ ਹੋਰ ਡਰਾਅ ਨਹੀਂ ਕੱਢੇ ਜਾ ਰਹੇ ਤੇ ਨਾਲ ਹੀ ਇਸ ਸਮੇਂ ਵਰਕ ਪਰਮਿਟ ਜਾਂ ਫਿਰ ਹੋਰ ਜਿਨ੍ਹਾਂ ਨੇ ਆਪਣੇ ਬਾਹਰਲੇ ਮੁਲਕਾਂ ਤੋਂ ਵੀ PR ਦੇ ਵਾਸਤੇ ਅਪਲਾਈ ਕੀਤਾ ਹੋਇਆ, ਉਸ ਦੇ ਲਈ ਸਮਾਂ ਕਾਫੀ ਜ਼ਿਆਦਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਜਵਾਬ ਨਹੀਂ ਆ ਰਿਹਾ। ਤੁਹਾਨੂੰ ਦੱਸਾਂਗੇ ਕਿ ਜੋ ਬਰੈਂਪਟਨ ਦੇ ਇੱਕ ਪੰਜਾਬੀ ਵਿਅਕਤੀ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਉਸ ਦੇ ਬਾਰੇ। ਬਰੈਂਪਟਨ ਵਿੱਚ ਇੱਕ 34 ਸਾਲਾ ਪੰਜਾਬੀ ਵਿਅਕਤੀ ਦੇ ਉੱਤੇ ਕਈ ਮਾਮਲੇ ਦਰਜ ਹੋਏ ਨੇ। ਦਰਅਸਲ ਪੀਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਰਿਵਰ ਫਰੰਟ ਰੋਡ ਦੇ ਉੱਤੇ ਇੱਕ ਟ੍ਰੈਫਿਕ ਸਟਾਪ ਲੱਗਿਆ ਹੋਇਆ ਸੀ, ਜਿੱਥੇ ਕਿ ਉਹਨਾਂ ਨੇ ਪਾਇਆ ਕਿ ਇੱਕ ਡਰਾਈਵਰ ਜੋ ਕਿ ਗੱਡੀ ਚਲਾ ਰਿਹਾ ਸੀ, ਪਰ ਉਸ ਦੇ ਉੱਤੇ ਗੱਡੀ ਚਲਾਉਣ ਦੇ ਉੱਤੇ ਪਹਿਲਾਂ ਤੋਂ ਹੀ ਰੋਕ ਲੱਗੀ ਹੋਈ ਸੀ। ਰੋਕ ਵੀ ਇਸ ਕਰਕੇ ਲੱਗੀ ਸੀ ਕਿਉਂਕਿ ਉਸਨੇ ਪਹਿਲਾਂ ਕੋਈ ਬੱਜਰ ਗਲਤੀ ਕੀਤੀ ਸੀ ਗੱਡੀ ਚਲਾਉਂਦੇ ਹੋਏ, ਜਿਸ ਤੋਂ ਬਾਅਦ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਉਹ ਗੱਡੀ ਚਲਾਉਂਦਾ ਹੋਇਆ ਪੁਲਿਸ ਨੂੰ ਮਿਲਿਆ, ਜਿਸ ਦੀ ਪਛਾਣ 34 ਸਾਲਾ ਸਿਮਰਜੀਤ ਸਹੋਤਾ ਬਰੈਂਪਟਨ ਦੇ ਰਹਿਣ ਵਾਲੇ ਵਿਅਕਤੀ ਵਜੋਂ ਹੋਈ ਹੈ, ਜਿਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਬਰੈਂਪਟਨ ਦੇ ਵਿੱਚ ਹੀ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਵੀਰਵਾਰ ਨਵੰਬਰ 18, 2021 ਨੂੰ ਪੇਸ਼ ਕੀਤਾ ਗਿਆ। ਇਸ ਉੱਤੇ ਅਦਾਲਤ ਦੇ ਵੱਲੋਂ ਹਜੇ ਜਾਣਕਾਰੀ ਦਿੱਤੀ ਜਾਣੀ ਹੈ ਕਿ ਮਾਮਲੇ ਜੋ ਦਰਜ ਹੋਏ ਨੇ ਉਹਨਾਂ ਦੇ ਉੱਤੇ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਉੱਤੇ ਵੀ ਕੁਝ ਅਜਿਹੀ ਹਦਾਇਤ ਲੱਗਦੀ ਹੈ ਤਾਂ ਉਸ ਨੂੰ ਮੰਨਿਆ ਜਾਵੇ, ਉਸ ਦੀ ਉਲੰਘਣਾ ਨਾ ਕੀਤੀ ਜਾਵੇ।